वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। होर बच्चों की हाल आ? चढ़दी कला जी। प्यारे बच्चों, मैं हाँ तुहाडा धार्मिक अध्यापक। मेरे ਵੱਲੋਂ ਤੁਹਾਨੂੰ नैतिक सिक्ख्या ਅਤੇ धार्मिक विद्या पढ़ाई जाएगी। ਅੱਜ ਦੇ ਇਸ ਪੀਰੀਅਡ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਬਾਰੇ ਪੜਾਂਗੇ। ਪਿਆਰੇ ਬੱਚਿਓ, ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਦੇ ਹਾਲਾਤਾਂ ਬਾਰੇ ਜਾਣਦੇ ਹਾਂ। ਪਿਆਰੇ ਬੱਚਿਓ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਭਾਰਤ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਾਤ ਚੰਗੇ ਨਹੀਂ ਸਨ। ਕਿਸੇ ਸਮਾਜ ਦੀ ਖੁਸ਼ਹਾਲੀ ਦਾ ਮੁੱਖ ਆਧਾਰ ਇਹਨਾਂ ਪੱਖਾਂ ਨੂੰ ਹੀ ਮੰਨਿਆ ਜਾਂਦਾ ਹੈ। ਧਾਰਮਿਕ ਪੱਧਰ ਉੱਤੇ ਲੋਕਾਂ ਦਾ ਧਰਮ ਤੇ ਜੀਵਨ, ਸਮਾਜਿਕ ਪੱਧਰ ਤੇ ਲੋਕਾਂ ਦੀ ਆਪਸੀ ਸਾਂਝ, ਰਾਜਨੀਤਿਕ ਪੱਧਰ ਤੇ ਰਾਜ ਕਰ ਰਹੇ ਰਾਜ ਦੀਆਂ ਨੀਤੀਆਂ ਅਤੇ ਆਰਥਿਕ ਪੱਧਰ ਤੇ ਜੀਵਨ ਜਿਉਣ ਦਾ ਢੰਗ ਅਤੇ ਕਮਾਈ ਦੇ ਸਾਧਨ ਆਦਿਕ ਆਉਂਦੇ ਹਨ। ਅੱਜ ਵੀ ਕਿਸੇ ਚੰਗੇ ਸਮਾਜ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਇਹੀ ਪੈਮਾਨਾ ਹੈ। ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦੇ ਹਾਲਾਤਾਂ ਦਾ ਵਰਣਨ ਕਰਦੇ ਹੋਏ ਅੱਜ ਦੇ ਇਸ ਧਰਮ ਅਧਿਐਨ ਦੇ ਪੀਰੀਅਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦੇ ਸਮਾਜਿਕ ਹਾਲਾਤ ਦਾ ਵਰਣਨ ਕਰਦੇ ਹਾਂ। ਪਿਆਰੇ ਬੱਚਿਓ, ਕੱਲ੍ਹ ਦੇ ਪੀਰੀਅਡ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਦੇ ਧਾਰਮਿਕ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰੀ ਸੀ। ਧਾਰਮਿਕ ਹਾਲਾਤਾਂ ਦੇ ਨਾਲ ਹੀ ਸਮਾਜਿਕ ਹਾਲਾਤਾਂ ਵਿੱਚ ਵੀ ਵੱਡੀ ਗਿਰਾਵਟ ਆ ਚੁੱਕੀ ਸੀ। ਸਮਾਜ ਮੁੱਖ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਇੱਕ ਹਿੰਦੂ ਤੇ ਦੂਜੇ ਮੁਸਲਮਾਨ। ਇਹ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ। ਅਧਿਆਪਕ ਜੀ, ਹਿੰਦੂ ਅਤੇ ਮੁਸਲਮਾਨ ਆਪਸ ਦੇ ਵਿੱਚ ਸਮਾਜਿਕ ਤੌਰ ਤੇ ਨਫ਼ਰਤ ਕਰਦੇ ਕਿਉਂ ਸਨ? ਪਿਆਰੇ ਬੱਚਿਓ, ਹਿੰਦੂ ਅਤੇ ਮੁਸਲਮਾਨਾਂ ਦੇ ਰੀਤੀ ਰਿਵਾਜ ਵੱਖਰੇ ਵੱਖਰੇ ਸਨ। ਇਹਨਾਂ ਦਾ ਪਹਿਰਾਵਾ ਵੱਖਰਾ ਵੱਖਰਾ ਸੀ, ਧਾਰਮਿਕ ਵਿਸ਼ਵਾਸ ਵੱਖਰੇ ਵੱਖਰੇ ਸਨ। ਇਹ ਦੋਵੇਂ ਹੀ ਆਪਣੇ ਸਮਾਜ ਨੂੰ ਚੰਗਾ ਤੇ ਦੂਜੇ ਦੇ ਸਮਾਜ ਨੂੰ ਮਾੜਾ ਸਮਝਦੇ ਸਨ। ਪਿਆਰੇ ਬੱਚਿਓ, ਇੱਕ ਦੂਜੇ ਨਾਲ ਨਫ਼ਰਤ ਕਰਨ ਦੇ ਮੁੱਖ ਕਾਰਨ ਇਹੀ ਸਨ। ਹਿੰਦੂ ਧਰਮ ਵਿੱਚ 4 ਵਰਨ ਸਨ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹ ਚਾਰੋਂ ਵਰਨ ਵੀ ਅਨੇਕ ਜਾਤੀਆਂ ਵਿੱਚ ਵੰਡੇ ਹੋਏ ਸਨ। ਸ਼ੂਦਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਵੀਰ, ਸ਼ੂਦਰਾਂ ਦੀ ਹਾਲਤ ਇੰਨੀ ਤਰਸਯੋਗ ਕਿਉਂ ਸੀ? ਹਾਂਜੀ ਪੁੱਤਰ ਜੀ, ਦੱਸੋ ਕੀ ਪੁੱਛ ਰਹੇ ਹੋ ਤੁਸੀਂ? ਮੈਨੂੰ ਪੁੱਛੋ। ਅਧਿਆਪਕ ਜੀ, ਸ਼ੂਦਰਾਂ ਦੀ ਹਾਲਤ ਇੰਨੀ ਤਰਸਯੋਗ ਕਿਉਂ ਸੀ? ਪਿਆਰੇ ਬੱਚਿਓ, ਸ਼ੂਦਰਾਂ ਦੀ ਹਾਲਤ ਤਰਸਯੋਗ ਇਸ ਕਰਕੇ ਸੀ ਕਿਉਂਕਿ ਸ਼ੂਦਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ। ਉੱਪਰਲੇ ਤਿੰਨੋਂ ਹੀ ਵਰਣ ਬ੍ਰਾਹਮਣ, ਖੱਤਰੀ ਅਤੇ ਵੈਸ਼ ਉਹਨਾਂ ਨਾਲ ਨਫ਼ਰਤ ਕਰਦੇ ਸਨ। ਸ਼ੂਦਰਾਂ ਨੂੰ ਅਛੂਤ ਮੰਨਿਆ ਜਾਂਦਾ ਸੀ।
ਜੇ ਗਲਤੀ ਨਾਲ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਉੱਪਰਲੇ 3 ਵਰਨਾਂ ਵਿੱਚੋਂ ਕਿਸੇ ਤੇ ਪੈ ਜਾਂਦਾ ਸੀ ਤਾਂ ਉਸ ਸ਼ੂਦਰ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਂਦੀ ਸੀ। ਪਿਆਰੇ ਬੱਚਿਓ, ਸ਼ੂਦਰਾਂ ਨੂੰ ਰਹਿਣ ਲਈ ਜਗ੍ਹਾ ਵੀ ਉੱਚ ਜਾਤੀਆਂ ਤੋਂ ਦੂਰ ਅਤੇ ਨੀਵੇਂ ਦਰਜੇ ਦੀ ਦਿੱਤੀ ਜਾਂਦੀ ਸੀ। ਉਹ ਵਧੀਆ ਕਿਸਮ ਦਾ ਕੱਪੜਾ ਨਹੀਂ ਪਾ ਸਕਦੇ ਸਨ। ਉਹ ਵਧੀਆ ਕਿਸਮ ਦਾ ਖਾਣਾ ਨਹੀਂ ਖਾ ਸਕਦੇ ਸਨ। ਪਿਆਰੇ ਬੱਚਿਓ, ਇਸ ਤਰ੍ਹਾਂ ਸ਼ੂਦਰਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ। ਊਚ ਨੀਚ, ਛੂਆਛਾਤ ਅਤੇ ਭੇਦਭਾਵ ਦਾ ਬੋਲਬਾਲਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਆਪਸੀ ਤਾਲਮੇਲ, ਰੋਟੀ ਬੇਟੀ ਦੀ ਸਾਂਝ ਤਾਂ ਬਹੁਤ ਦੂਰ ਦੀ ਗੱਲ ਹੈ। ਇੱਥੋਂ ਤੱਕ ਕਿ ਇਹ ਇੱਕ ਦੂਜੇ ਦੇ ਪਰਛਾਵੇਂ ਤੋਂ ਵੀ ਨਫ਼ਰਤ ਕਰਦੇ ਸਨ। ਵੀਰੇ, ਇਹ ਰੋਟੀ ਬੇਟੀ ਦੀ ਸਾਂਝ ਕੀ ਹੁੰਦੀ ਆ? ਹਾਂਜੀ ਪੁੱਤਰ ਜੀ, ਤੁਸੀਂ ਆਪਸ ਵਿੱਚ ਕੀ ਗੱਲ ਕਰ ਰਹੇ ਹੋ? ਮੈਨੂੰ ਦੱਸੋ, ਕੀ ਸਮਝ ਨਹੀਂ ਆ ਰਿਹਾ? ਅਧਿਆਪਕ ਜੀ, ਇਹ ਰੋਟੀ ਬੇਟੀ ਦੀ ਸਾਂਝ ਕੀ ਹੁੰਦੀ ਹੈ? ਪਿਆਰੇ ਬੱਚਿਓ, ਰੋਟੀ ਬੇਟੀ ਦੀ ਸਾਂਝ ਦਾ ਅਰਥ ਹੈ ਬਿਨਾਂ ਕਿਸੇ ਵਿਤਕਰੇ ਦੇ ਇੱਕ ਪੰਗਤ ਭਾਵ ਇੱਕ ਕਤਾਰ ਵਿੱਚ ਬੈਠ ਕੇ ਭੋਜਨ ਕਰਨਾ। ਅਤੇ ਬੇਟੀ ਦੀ ਸਾਂਝ ਦਾ ਅਰਥ ਹੈ ਊਚ ਨੀਚ, ਜਾਤ ਪਾਤ ਆਦਿਕ ਦੇ ਭੇਦਭਾਵ ਤੋਂ ਬਿਨਾਂ ਵਿਆਹ ਸ਼ਾਦੀਆਂ ਕਰਨੀਆਂ, ਜਿਸ ਦੀ ਉਸ ਵੇਲੇ ਅਣਹੋਂਦ ਸੀ। ਉਸ ਵੇਲੇ ਇਸਤਰੀ ਦੀ ਵੀ ਹਾਲਤ ਚੰਗੀ ਨਹੀਂ ਸੀ। ਇਸਤਰੀ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ। ਇਸਤਰੀ ਨੂੰ ਨਰਕ ਦਾ ਸਾਧਨ ਸਮਝਿਆ ਜਾਂਦਾ ਸੀ। ਸ਼ੂਦਰਾਂ ਵਾਂਗ ਇਸਤਰੀ ਨੂੰ ਵੀ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ। ਇਸਤਰੀ ਨੂੰ ਘਰ ਦੀ ਚਾਰਦੀਵਾਰੀ ਵਿੱਚ ਕੈਦ ਰੱਖਿਆ ਜਾਂਦਾ ਸੀ ਅਤੇ ਉਸ ਨੂੰ ਪੜ੍ਹਾਈ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਸੀ। ਇਸ ਤੋਂ ਇਲਾਵਾ ਬਾਲ ਹੱਤਿਆ ਭਾਵ ਲੜਕੀ ਨੂੰ ਜਨਮ ਲੈਂਦੇ ਹੀ ਮਾਰ ਦੇਣਾ ਤੇ ਬਾਲ ਵਿਆਹ ਭਾਵ ਛੋਟੀ ਉਮਰੇ ਲੜਕੀ ਦਾ ਵਿਆਹ ਕਰ ਦੇਣਾ, ਸਤੀ ਪ੍ਰਥਾ ਭਾਵ ਪਤੀ ਦੇ ਮਰਨ ਤੋਂ ਬਾਅਦ ਜੀਵਤ ਇਸਤਰੀ ਨੂੰ ਜ਼ਬਰਦਸਤੀ ਉਸਦੇ ਪਤੀ ਦੀ ਚਿਖਾ ਦੇ ਨਾਲ ਜਲਾ ਦੇਣਾ ਆਦਿਕ ਵੱਡੀਆਂ ਸਮਾਜਿਕ ਕੁਰੀਤੀਆਂ ਪ੍ਰਚਲਿਤ ਹੋ ਗਈਆਂ ਸਨ। ਇਸੇ ਤਰ੍ਹਾਂ ਮੁਸਲਮਾਨ ਵੀ ਅੱਗੋਂ ਕਈ ਫਿਰਕਿਆਂ ਵਿੱਚ ਵੰਡੇ ਹੋਏ ਸਨ। ਉਹਨਾਂ ਦੇ ਹੱਥ ਵਿੱਚ ਰਾਜ ਭਾਗ ਹੋਣ ਕਰਕੇ ਉਹਨਾਂ ਵੱਲੋਂ ਹਿੰਦੂ ਧਰਮ ਦੇ ਲੋਕਾਂ ਨਾਲ ਬੁਰਾ ਵਰਤਾਵ ਹੁੰਦਾ ਸੀ। ਪਿਆਰੇ ਬੱਚਿਓ, ਜਾਤ ਪਾਤ ਊਚ ਨੀਚ ਦਾ ਭੇਦ ਭਾਵ ਮੰਨਣ ਵਾਲਾ ਕੋਈ ਵੀ ਸਮਾਜ ਕਦੇ ਚੰਗਾ ਨਹੀਂ ਹੋ ਸਕਦਾ। ਪਿਆਰੇ ਬੱਚਿਓ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਮੇਂ ਭਾਰਤ ਵਿੱਚ ਸਮਾਜਿਕ ਹਾਲਾਤ ਬਹੁਤ ਮਾੜੇ ਸਨ। ਇਸੇ ਲਈ ਵੇਈ ਨਦੀ ਵਿੱਚ ਇਸ਼ਨਾਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਦੀ ਦਰਗਾਹ ਤੋਂ ਮਾਨਵ ਕਲਿਆਣ ਹਿੱਤ ਧਰਮ ਚਲਾਉਣ ਦਾ ਹੁਕਮ ਮਿਲਿਆ। ਇਸੇ ਲਈ ਇਸ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਲਿਆ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅੱਜ ਦੇ ਧਰਮ ਅਧਿਐਨ ਦੇ ਪੀਰੀਅਡ ਦੀ ਸਮਾਪਤੀ ਇੱਥੇ ਹੀ ਹੁੰਦੀ ਆ। ਕੱਲ੍ਹ ਦੇ ਧਰਮ ਅਧਿਐਨ ਦੇ ਪੀਰੀਅਡ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਦੇ ਆਰਥਿਕ ਹਾਲਾਤਾਂ ਬਾਰੇ ਜਾਣਕਾਰੀ ਲਵਾਂਗੇ। ਤੁਹਾਡਾ ਅੱਜ ਦੇ ਧਰਮ ਅਧਿਐਨ ਦੇ ਪੀਰੀਅਡ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਜਾਂ ਕੋਈ ਸੁਝਾਅ ਹੋਵੇ, ਥੱਲੇ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ।
ਹੁਣ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ।